ਸਾਹਿਬ ਜੀ ਧੰਨ ਹਨ। ਹੁਣ ਜ਼ਾਲਮਾਂ ਦੇ ਕੋਲ ਭਿਆਨਕ ਅਤਿਆਚਾਰ ਤੋਂ ਧਰਤੀ ਦੇ ਖੜ ਰਹੇ ਹਨ। ਸਰਦਾ ਮਸਲਾ ਪਲਦਾ ਦਿੱਤਾ ਆਪਣੇ ਸੁਖ ਸੱਚੇ ਕੇ ਪਰਉਪਕਾਰੀ ਸੀਸ ਤੇ ਪਵਾ ਰਹੇ ਹਨ। ਹੁਣ ਬੁੱਧੀ ਦੇਗ ਵਿੱਚ ਅੰਕੜਾ ਲਾ ਰਹੇ ਹਨ। ਧੰਨ ਹਨ, ਧੰਨ ਹਨ, ਧੰਨ ਹਨ ਪਰਮ ਪੂਜਨੀਕ ਸੱਚੇ ਸਤਿਗੁਰੂ ਵਾਹਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਧੰਨ ਹਨ। ਤਿੱਖੇ ਦਿਲਾਂ ਵਿਚਕਾਰ ਬੈਠੇ ਵਾਹਿਗੁਰੂ ਵਾਹਿਗੁਰੂ ਜਪਦੇ ਪਾ ਰਹੇ ਹਨ। ਆਪ ਜੀ ਆਪਣਾ ਸੀਸ ਸਾਹਿਬ ਜੀ ਕੁਰਬਾਨ ਕਰ ਰਹੇ ਹਨ। ਧੰਨ ਹਨ, ਧੰਨ ਹਨ, ਧੰਨ ਹਨ ਪਰਮ ਪੂਜਨੀਕ ਸੱਚੇ ਸਤਿਗੁਰੂ ਵਾਹਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਹਨ। ਹੁਣ ਹਾਥੀ ਘੋੜੇ ਖਜ਼ਾਨੇ ਮਾਤਾ ਪਿਤਾ ਚਾਰੋਂ ਸਾਹਿਬਜ਼ਾਦੇ ਸਰਬੰਸ ਕੁਰਬਾਨ ਕਰ ਰਹੇ ਹਨ। ਵਾਹਿਗੁਰੂ ਡੰਡਾਓ ਤੇ ਬੰਧਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਸਾਰੇ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਬੇਸੁਮਾਰ ਥਾਹ ਗੰਤ ਤੁਲੈ ਜੋ ਬੁਲਾਵਹੁ ਤਿਉ ਨਾਨਕ ਦਾਸ ਬੁਲੈ ਗਿਆਨ ਧਿਆਨ ਕਿਛੁ ਕਰਮ ਨ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵਹੁ ਹੁਕਮ ਨਦੀ ਜਾਇ ਤਰਨੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਖ ਦੁਖ ਜਾ ਕੈ ਨਹੀਂ ਸੁਖ ਦੁਖ ਜਿਹ ਪਰਸੈ ਨਹੀਂ ਲੋਭ ਮੋਹ ਅਭਿਮਾਨੋ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਖਾਲਸਾ ਸਾਧ ਸੰਗਤ ਜੀ। ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਜੋ ਲੜੀਵਾਰ ਵਿਚਾਰ ਆਪ ਹਰ ਹਫ਼ਤੇ ਸਰਵਣ ਕਰਦੇ ਹੋ। ਸਤਿਗੁਰੂ ਜੀ ਨੇ ਕਿਰਪਾ ਕਰਕੇ ਪਿੱਛੇ 12 ਸ਼ਲੋਕਾਂ ਦੀ ਵਿਚਾਰ ਜਿਹੜੀ ਹੈ ਉਹ ਕਰਵਾ ਲਈ ਸੀ। ਸਤਿਗੁਰੂ ਗੁਰੂ ਗਰੀਬ ਨਵਾਜ਼ ਮਹਾਰਾਜ ਸਾਹਿਬ ਜੀ ਦਾ ਧਿਆਨ ਧਾਰੀਏ। ਸਤਿਗੁਰੂ ਸਾਹਿਬ ਜੀ ਮਹਾਰਾਜ ਸ਼ਹੀਦੀ ਤੋਂ ਪਹਿਲਾਂ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਜਿਸ ਵਿੱਚ ਹੁਣ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਬ੍ਰਹਮ ਗਿਆਨੀ ਦੇ ਗੁਣ ਹਨ, ਜੋ ਜੀਵਨ ਮੁਕਤ ਪੁਰਖ ਦੇ, ਜੋ ਭਗਤ ਦੇ, ਜੋ ਸੰਤ ਦੇ, ਜੋ ਮਹਾਂਪੁਰਖ ਦੇ, ਜੋ ਗੁਰਸੇਵਕ ਦੇ, ਜੋ ਸੱਚੇ ਪਾਤਸ਼ਾਹ ਜੀ ਦੇ ਦਾਸਨ ਦਾਸ ਦੇ ਗੁਣ ਹਨ, ਉਹਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਅਗਲੇ ਸ਼ਲੋਕਾਂ ਦੇ ਵਿੱਚ ਖੋਲ ਕੇ ਪ੍ਰਮਾਣ ਕਰ ਰਹੇ ਨੇ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪ੍ਰਮਾਣ ਕਰਦੇ ਨੇ, ਆਪਾਂ ਸਭ ਇਕਾਗਰਤਾ ਨਾਲ ਸੁਣੀਏ। ਸਤਿਗੁਰੂ ਸੱਚੇ ਪਾਤਸ਼ਾਹ ਦਾ ਧਿਆਨ ਧਾਰੀਏ। ਮਹਾਰਾਜ ਤਿੱਖੇ ਕਿੱਲਾਂ ਵਿਚਕਾਰ ਬੈਠੇ, ਜਿੱਥੇ ਹਿੱਲਿਆ ਨਹੀਂ ਜਾਂਦਾ। ਤੀਰ ਤਿੱਖੇ ਕਿੱਲਾਂ ਵਾਂਗ ਤੀਰ ਹਨ, ਤੀਰਾਂ ਵਾਂਗ ਤਿੱਖੇ ਕਿੱਲ ਹਨ। ਜਿੰਨੇ ਮਹਾਰਾਜ ਪਾਸਾ ਵੀ ਲੈਣ ਆਲਸ ਆਵੇ ਤਾਂ ਉਹ ਛੁੱਭਦੇ ਨੇ। ਇਸ ਤਰੀਕੇ ਦੇ ਨਾਲ ਇੰਨੀ ਸ਼ਕਤੀ ਹੈ ਉਹਦੇ ਵਿੱਚ। ਦਰੋਗਾ ਅਨੁਸਾਰੀ ਹੈ ਆਪ ਜੀ ਦੇ। ਆਪ ਜੀ ਨੂੰ ਜੋ ਕਲਮ ਤੇ ਕਾਗਜ਼ ਦਰੋਗੇ ਨੇ ਲਿਆ ਕੇ ਦਿੱਤਾ, ਸਤਿਗੁਰਾਂ ਨੇ ਉੱਤੇ ਪਾਵਨ ਪਵਿੱਤਰ ਉਪਦੇਸ਼ ਇਹ ਜੋ ਹੁਣ ਆਪ ਜੀ ਸਰਵਣ ਕਰ ਰਹੇ ਹੋ, ਇਹ ਸੱਚੇ ਪਾਤਸ਼ਾਹ ਨੇ ਸਿੱਖਾਂ ਤਾਈਂ, ਮਾਤਾ ਜੀ ਤਾਈਂ, ਗੁਰੂ ਸਾਹਿਬ ਤਾਈਂ, ਸਭ ਦੇ ਤਾਈਂ ਇਹ ਪਾਵਨ ਪਵਿੱਤਰ ਬਖਸ਼ਿਸ਼ ਉਪਦੇਸ਼ ਜੋ ਹੈ ਇਹ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਦਾ, ਮਹਾਰਾਜ ਸਾਹਿਬ ਜੀ ਦਾ ਧਿਆਨ ਧਾਰੀਏ। ਉਸ ਅਵਸਥਾ ਦਾ
ਇਸ ਅਵਸਥਾ ਦੇ ਵਿੱਚ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਸਾਰੇ ਧਿਆਨ ਧਾਰ ਕੇ ਕਹੋ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਸੁਖ ਦੁਖ ਜਿਹ ਪਰਸੈ ਨਹੀਂ। ਸਤਿਗੁਰੂ ਗੁਰੂ ਗਰੀਬ ਨਵਾਜ ਸਤਿਗੁਰੂ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਜਿਹ ਪਰਸੈ ਨਹੀਂ, ਜਿਨ੍ਹਾਂ ਮਹਾਂਪੁਰਖਾਂ ਨੂੰ, ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ ਸੁਖ ਤੇ ਦੁੱਖ ਦੋਵੇਂ ਪਰਸਦੇ ਨਹੀਂ, ਛੂਹਦੇ ਨਹੀਂ, ਤੇ ਨਾਲ ਹੀ ਉਹਨਾਂ ਨੂੰ ਨਹੀਂ ਪਰਸਦੇ। ਲੋਭ ਮੋਹ ਅਭਿਮਾਨ। ਕਿਸੇ ਪ੍ਰਕਾਰ ਦਾ ਲਾਲਚ, ਲੋਭ ਪਦਾਰਥਾਂ ਦਾ, ਖਾਣ ਦਾ, ਤੇ ਮੋਹ ਤੇ ਅਭਿਮਾਨ, ਇਹ ਤਿੰਨੇ ਚੀਜ਼ਾਂ ਤੇ ਨਾਲ ਸੁੱਖ ਤੇ ਦੁੱਖ, ਇਹ ਵੈਸੇ ਗੁਰਮੁਖਾਂ ਨੂੰ, ਮਹਾਂਪੁਰਖਾਂ ਨੂੰ, ਸਤਿਗੁਰੂ ਦੇ ਪਿਆਰਿਆਂ ਨੂੰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪ ਇਹ ਚੀਜ਼ਾਂ ਪਰਸਦੀਆਂ ਨਹੀਂ, ਛੂਹਦੀਆਂ ਨਹੀਂ, ਨੇੜੇ ਨਹੀਂ ਆਉਂਦੀਆਂ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹੈ ਤਾਂ ਇਹ ਆਪਣੀ ਅਵਸਥਾ ਹੀ ਹੈ, ਮਹਾਰਾਜ ਨੇ ਆਪ ਕਮਾ ਕੇ ਗੁਰਬਾਣੀ 'ਚ ਦਿਖਾਈ ਹੈ। ਜਿਵੇਂ ਸਤਿਗੁਰਾਂ ਨੇ ਪੰਜਵੇਂ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤਸਰ ਬਹਿ ਕੇ ਸਤਿਗੁਰੂ ਜੀ ਬਿਰਾਜਮਾਨ ਨੇ, ਸੰਗਤ ਦੂਰੋਂ ਦੂਰੋਂ ਲਿਆ ਕੇ ਮਾਇਆ ਭੇਟ ਕਰਦੀ ਹੈ, ਮੱਥੇ ਟੇਕਦੇ ਨੇ, ਚੌਰ ਆਪ ਜੀ ਦੇ ਸਿਰ 'ਤੇ ਹੋਈ ਜਾਂਦਾ ਹੈ, ਗੁਰੂ ਜਸ ਸੁਣੀ ਜਾਂਦੇ ਨੇ, ਕੀਰਤਨ ਹੋਈ ਜਾਂਦਾ ਹੈ, ਕੀਮਤੀ ਦੁਸ਼ਾਲੇ ਪੁਸ਼ਾਕਾਂ ਸਤਿਗੁਰਾਂ ਅੱਗੇ ਭੇਟ ਹੁੰਦੀਆਂ ਨੇ। ਉਸ ਸੁਖ ਦੀ ਅਵਸਥਾ 'ਚ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣਾ ਜੋ ਬ੍ਰਹਮਾਨੰਦ ਦੇ ਨਾਲ ਚਿੱਤ ਬਿਰਤੀ ਜੋੜੀ ਹੈ, ਉਸੇ 'ਚ ਹੀ ਲੀਨ ਹਨ, ਅਜਪਾ ਜਾਪ ਸਿਮਰਨ 'ਚ ਲੀਨ ਹਨ। ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਸ਼ਟ ਦੇ ਸਮੇਂ ਭੁੱਖ ਨੀਂਦਰਾ ਸਹਾਰ ਰਹੇ ਨੇ, ਤੇ ਸਹਾਰ ਰਹੇ ਨੇ, ਉਹ ਬੋਲ ਸਹਾਰ ਰਹੇ ਨੇ। ਚੰਦੂ ਵਰਗੇ ਦੁਸ਼ਟਾਂ ਦੇ ਜਹਾਂਗੀਰ ਵੱਲੋਂ ਇਸ਼ਾਰਾ ਸੀ ਚੰਦੂ ਨੂੰ, 5 ਰਾਤਾਂ ਗਰੀਬ ਨਵਾਜ ਜੀ ਆਪ ਚੰਦੂ ਦੀ ਕੋਠੀ ਦੇ ਵਿੱਚ, ਕੈਦ ਦੇ ਵਿੱਚ ਰਹੇ, ਤਾਂ ਉੱਥੇ ਸਤਿਗੁਰਾਂ ਨੇ ਅਕੈ ਤੇ ਅਸਹਿ ਤਸੀਹੇ ਸਹਾਰੇ। ਤਾਂ ਉਸ ਸਮੇਂ ਵੀ, ਉਹ ਕਸ਼ਟਾਂ ਦੀ ਸਮੇਂ ਜਦੋਂ ਆਪ ਜੀ ਤਤੀ ਤਵੀ ਤੇ ਖੜਦੇ ਹਨ, ਤੇ ਸਿਰ ਤੇ ਬਲਦਾ ਰੇਤਾ ਪੈ ਰਿਹਾ ਹੈ, ਉੱਤੋਂ ਗਰਮੀ ਹੈ, ਸੂਰਜ ਵੀ ਤਪਦਾ ਹੈ, ਥੱਲੋਂ ਅੱਗ ਦੇ ਝੋਕੇ ਵੀ ਲਾਏ ਜਾ ਰਹੇ ਨੇ, ਉਬਲਦੀ ਦੇਗ ਵਿੱਚ ਚੌਂਕੜਾ ਲਾ ਰਹੇ ਨੇ। ਉਸ ਕਸ਼ਟ ਦੀ ਸਮੇਂ, ਉਸ ਦੁੱਖ ਦੀ ਸਮੇਂ ਵੀ ਆਪ ਜੀ ਉਸੇ ਬਿਰਤੀ 'ਚ ਲੀਨ ਬ੍ਰਹਮਾਨੰਦ 'ਚ ਬੈਠੇ ਨੇ, ਟਿਕਾ 'ਚ ਬੈਠੇ ਨੇ। ਕੋਈ ਆਪ ਜੀ ਦੇ ਚਿਹਰੇ ਤੇ ਦੁੱਖ ਨਹੀਂ, ਆਪ ਜੀ ਨੂੰ ਦੁੱਖ ਨਹੀਂ ਸੋ ਰਿਹਾ, ਕੋਈ ਹਾਏ ਸੀ ਨਹੀਂ ਆਪ ਜੀ ਨੇ ਉਚਾਰੀ। ਇਸੇ ਪ੍ਰਕਾਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਪਣੀ ਅਵਸਥਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ, ਸੀਸ ਦਿਆ ਪਰ ਸੀ ਨਾ ਉਚਰੀ। ਸੱਚੇ ਪਾਤਸ਼ਾਹ ਜੀ ਨੇ, ਮਹਾਰਾਜ ਨੇ ਸੀਸ ਤਾਂ ਕੁਰਬਾਨ ਕਰ ਦਿੱਤਾ, ਪਰ ਮੁਖੋਂ ਸੀ ਨਹੀਂ ਉਚਾਰੀ, ਹਾਏ ਸੀ ਨਹੀਂ ਕਿਹਾ। ਜਿਵੇਂ ਕਿਸੇ ਦੇ ਪੀੜ ਹੋਵੇ, ਦਰਦ ਹੋਵੇ, ਤਾਂ ਉਹ ਛੇਤੀ ਦੇਣੇ ਪੁਕਾਰਦਾ ਸੀ ਹਾਏ। ਤਾਂ ਇਸ ਪ੍ਰਕਾਰ ਸੱਚੇ ਪਾਤਸ਼ਾਹ ਨੇ ਇਤਨੇ ਕਸ਼ਟਾਂ ਦੇ ਸਮੇਂ ਵੀ ਕੋਈ ਮੁਖੋਂ ਹਾਏ ਸੀ ਨਹੀਂ ਉਚਾਰੀ। ਅਕਾਲ ਪੁਰਖ ਪਰਮੇਸ਼ਰ ਜੀ ਦੇ ਸਨਮੁਖ ਰਹਿ ਕੇ ਹਮੇਸ਼ਾ ਮਹਾਰਾਜ ਦੀ ਚਰਨਾਂ ਦੇ ਵਿੱਚ ਸੁਰਤੀ ਜੁੜੀ। ਬ੍ਰਹਮਾਨੰਦ 'ਚ ਆਪ ਹੀ ਚਾਹੇ ਪਰਮੇਸ਼ਰ ਰੂਪ ਨੇ, ਆਪਣਾ ਜਾਪ ਆਪ ਹੀ ਕਰ ਰਹੇ ਨੇ। ਇਉਂ ਸਤਿਗੁਰਾਂ ਦੇ ਦੁੱਖ ਸੁੱਖ ਨੇੜੇ ਕੋਈ ਛੋਹ ਨਹੀਂ ਸਕਿਆ। ਜੇ ਸੁੱਖਾਂ ਦੀ ਅਵਸਥਾ ਵੀ ਹੈ, ਸਿੱਖ ਗੁਰਤਾ ਗੱਦੀ ਬਖਸ਼ਿਸ਼ ਕਰ ਰਹੇ ਨੇ। ਮਹਾਰਾਜ 8ਵੇਂ ਪਾਤਸ਼ਾਹ ਸਿੱਖ ਆ ਕੇ ਮਾਇਆ ਭੇਟਾ ਕਰੀ ਜਾਂਦੇ ਹੈ, ਚੌਰ ਹੋ ਰਿਹਾ ਹੈ। ਉਸ ਸਮੇਂ ਸੁੱਖ ਦੀ ਅਵਸਥਾ 'ਚ ਵੀ ਬ੍ਰਹਮਾਨੰਦ 'ਚ ਸਤਿਗੁਰਾਂ ਦੇ ਨਾਲ ਚਿੱਤ ਬਿਰਤੀ ਇੱਕ ਕੀਤੀ ਹੈ। ਦੁੱਖ ਦੇ ਸਮੇਂ ਜਦੋਂ 10ਵੇਂ ਪਾਤਸ਼ਾਹ ਮਹਾਰਾਜ, ਦੁੱਖ ਦਾ ਸਮਾਂ ਬੜਾ ਭਾਰੀ ਹੈ, ਨਾ ਕੋਈ ਫੌਜ ਨਹੀਂ, ਨਾਲ ਬਾਜ ਨਹੀਂ, ਘੋੜਾ ਨਹੀਂ, ਕੋਈ ਸਿੱਖ ਵੀ ਨਹੀਂ ਪਿਆਰੇ ਜਾਨ ਤੋਂ। ਆਪ ਜੀ ਨੰਗੇ ਪੈਰੀਂ ਮਾਛੀਵਾੜਾ ਸਾਹਿਬ ਦੇ ਜੰਗਲ ਦੇ ਵਿੱਚ ਚਲੇ ਜਾ ਰਹੇ ਨੇ। ਹੱਥ 'ਚ ਸ੍ਰੀ ਸਾਹਿਬ ਹੈ, ਜੰਗ ਕਰਦੇ ਆਪ ਜੀ ਚਲੇ ਜਾ ਰਹੇ ਨੇ। ਪੈਰਾਂ ਦੇ ਵਿੱਚ ਬੜੇ ਭਾਰੀ ਜ਼ਖਮ ਜੰਗ ਕਰਕੇ ਵੀ ਹੋਏ ਨੇ, ਕੰਡਿਆਂ ਕਰਕੇ ਵੀ ਹੋਏ ਹੈ, ਟਿੰਡ ਦਾ ਸਰਾਣਾ ਲਾ ਕੇ ਸੁੱਤੇ ਪਏ ਹੈ। ਉਸ ਸਮੇਂ ਵੀ ਉਸ ਬ੍ਰਹਮਾਨੰਦ ਦੀ ਅਵਸਥਾ 'ਚ ਬਿਰਾਜੇ ਹੋਏ ਨੇ। ਤਾਂ ਉਸ ਸਮੇਂ ਵੀ ਦੁੱਖ ਸੁੱਖ ਇੱਕ ਸਮਾਨ, ਸਤਿਗੁਰਾਂ ਨੂੰ ਦੁੱਖ ਉਸੇ ਸਮਾਨ ਹੈ ਜਿਵੇਂ ਸੁੱਖ ਸੀ। ਜਦੋਂ ਅਨੰਦਪੁਰ ਸਾਹਿਬ ਸਮੂਹ ਸੰਗਤਾਂ ਆਉਂਦੀਆਂ, ਆ ਕੇ ਮੱਥੇ ਟੇਕਦੀਆਂ, ਪ੍ਰਸਾਦੀ ਹੱਥ ਹੀ ਚੌਰ ਕਰ ਰਿਹਾ ਹੈ, ਤਾਂ ਦੂਰੋਂ ਦੂਰੋਂ ਸੰਗਤਾਂ ਖਜ਼ਾਨੇ ਭੇਟ ਕਰਦੀਆਂ, ਸ਼ਸਤਰ ਭੇਟ ਕਰਦੀਆਂ। ਉਸ ਸੁੱਖ ਦੀ ਸਮੇਂ 'ਚ ਵੀ ਆਪ ਜੀ ਉਸੇ ਤਰੀਕੇ ਨਾਲ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸੁਰਤੀ ਜੋੜੀ ਹੈ। ਸੁੱਖ ਦੇ ਸਮੇਂ ਵੀ ਕਹਿ ਰਹੇ ਨੇ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਤੇ ਜਦੋਂ ਕਸ਼ਟ ਦਾ ਸਮਾਂ ਹੈ, ਸਰੀਰ ਤੇ ਚਾਹੇ ਜਿੰਨਾ ਵੀ ਕਸ਼ਟ ਹੈ, ਉਸ ਸਮੇਂ ਵੀ ਲਾਂਭਾ ਨਹੀਂ ਦੇ ਰਹੇ। ਉਸ ਸਮੇਂ ਵੀ ਇਹੀ ਕਹਿ ਰਹੇ ਨੇ, ਮੈਂ ਹੂੰ ਪਰਮ ਪੁਰਖ ਕੋ ਦਾਸਾ,
ਦੇਖਣ ਆਇਓ ਜਗਤ ਤਮਾਸ਼ਾ। ਐਸੇ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਜੀ ਨੇ ਆਪ ਇਹ ਵਚਨ ਕਮਾ ਕੇ ਦਿਖਾਏ ਹੈ। ਇਹ ਸਤਿਗੁਰਾਂ ਦੀ ਆਪ ਹੀ ਅਵਸਥਾ ਹੈ ਉੱਚੀ, ਜਿਨ੍ਹਾਂ ਨੂੰ ਸੁੱਖ ਤੇ ਦੁੱਖ ਛੂੰਹਦੇ ਨਹੀਂ, ਨਾਲ ਹੀ ਲੋਭ ਤੇ ਮੋਹ ਤੇ ਅਹੰਕਾਰ ਕਿਸੇ ਪ੍ਰਕਾਰ ਦਾ ਨਹੀਂ ਛੂੰਹਦਾ। ਨਾ ਹੀ ਗੁਰੂ ਸਾਹਿਬ ਦੀ ਸਿੱਖਾਂ ਤੇ ਇਤਨੀ ਭਾਰੀ ਬਖਸ਼ਿਸ਼ ਹੋ ਜਾਂਦੀ ਹੈ, ਉਹਨਾਂ ਨੂੰ ਨਹੀਂ ਛੂੰਹਦਾ, ਕਿਉਂਕਿ ਇਹ ਜਿਤਨੇ ਗੁਣ ਨੇ ਇਹ ਸਾਰੇ ਦੇ ਸਾਰੇ ਜੀਵਨ ਮੁਕਤ ਪੁਰਖ ਦੇ ਦੱਸੇ ਨੇ। ਜਦੋਂ ਜੋ ਜੀਵਨ ਮੁਕਤ ਪੁਰਖ ਹੈ, ਜੋ ਬ੍ਰਹਮ ਗਿਆਨੀ ਹੈ, ਜੋ ਸੰਤ ਹੈ, ਜੋ ਮਹਾਂਪੁਰਖ ਹੈ, ਉਹਦੀਆਂ ਕੀ ਨਿਸ਼ਾਨੀਆਂ ਹਨ? ਇਉਂ ਸੁੱਖ ਦੁੱਖ 'ਚ ਘਬਰਾਉਂਦਾ ਨਹੀਂ, ਸੁੱਖ 'ਚ ਸਤਿਗੁਰਾਂ ਨੂੰ ਭੁਲਾ ਨਹੀਂ ਦਿੰਦਾ, ਸੁੱਖ ਦੇ ਵਿੱਚ ਹੀ ਨਹੀਂ ਲੀਨ ਹੋ ਜਾਂਦਾ, ਦੂਜੇ ਦੁੱਖ ਦੇ ਵਿੱਚ ਸਤਿਗੁਰਾਂ ਤੋਂ ਬੇਮੁਖ ਨਹੀਂ ਹੋ ਜਾਂਦਾ, ਦੁੱਖ ਦੇ ਵਿੱਚ ਮਹਾਰਾਜ ਦਾ ਸਾਥ ਛੱਡ ਨਹੀਂ ਦਿੰਦਾ। ਇਸੇ ਪ੍ਰਕਾਰ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਲੋਭ ਨਹੀਂ ਹੋ ਸਕਦਾ, ਛੋ ਸਕਦਾ, ਲੋਭ ਨਹੀਂ ਲੁਭਾਇਮਾਨ ਕਰ ਸਕਦਾ, ਸਿੱਖੀ ਨਹੀਂ ਛੱਡਦੇ ਲੋਭ ਚਾ ਕੇ। ਜਿਵੇਂ ਭਾਈ ਮਤੀ ਦਾਸ ਜੀ ਨੂੰ ਬਥੇਰੇ ਲਾਲਚ ਦਿੱਤੇ, ਕਹਿਣ ਲੱਗੇ ਵੀ ਸੀਸ ਜਿਹੜਾ ਹੈ ਉਹ ਅੱਡ ਕਰ ਦਿਆਂਗੇ, ਜਾਨੋਂ ਮਾਰ ਦਿਆਂਗੇ, ਆਰੇ ਨਾਲ ਚੀਰ ਦਿਆਂਗੇ। ਇੱਕ ਪਾਸੇ ਤੇ ਇਤਨੇ ਕਸ਼ਟ ਨੇ, ਦੂਸਰੇ ਪਾਸੇ ਹੈ ਵੀ ਤੈਨੂੰ ਜੇ ਤੂੰ ਮੰਨ ਜਾਵੇਂ, ਸਿੱਖੀ ਛੱਡ ਦੇਵੇਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਾਥ ਛੱਡ ਦੇਵੇਂ, ਤਾਂ ਦੀਨ ਕਬੂਲ ਕਰ ਲਵੇਂ, ਤਾਂ ਤੈਨੂੰ ਲਾਹੌਰ ਦਾ ਸੂਬੇਦਾਰ ਬਣਾ ਦਾਂਗੇ, ਬਾਦਸ਼ਾਹ ਬਣਾ ਦਾਂਗੇ ਤੈਨੂੰ, ਆਪਣੀ ਬੇਗਮ ਤਾਂ ਹੀ ਬਾਦਸ਼ਾਹ ਦੇਣ ਨੂੰ ਤਿਆਰ ਹੈ। ਦੂਸਰੇ ਪਾਸੇ ਖਜ਼ਾਨੇ ਨੇ। ਇਉਂ ਕਿਸੇ ਵੀ ਪ੍ਰਕਾਰ ਦਾ ਲੋਭ ਜਿਹੜਾ ਹੈ ਉਹਨਾਂ ਨੂੰ ਲੋਭਾਇਮਾਨ ਨਹੀਂ ਕਰ ਸਕਦਾ, ਲੋਭ ਛੂ ਨਹੀਂ ਸਕਦਾ ਕਿਸੇ ਪ੍ਰਕਾਰ। ਐਸੀ ਗੁਰਮੁਖਾਂ ਦੀ ਉੱਚੀ ਅਵਸਥਾ ਹੈ। ਫਿਰ ਸਤਿਗੁਰਾਂ ਨੇ ਫਰਮਾਇਆ ਮੋਹ ਨਹੀਂ ਛੋ ਸਕਦਾ। ਜਿਵੇਂ ਧਿਆਨ ਧਾਰੀਏ, ਉਹ ਮਾਈਆਂ ਬੀਬੀਆਂ ਜਿਨ੍ਹਾਂ ਦੀ ਕਮਾਈ ਇਤਨੀ ਜ਼ਿਆਦਾ ਹੈ, ਗੁਰਸਿੱਖੀ ਦਾ ਇੰਨਾ ਪਰਪੱਕ ਨਿਸ਼ਚਾ ਹੈ, ਲਾਹੌਰ ਦੇ ਚੌਂਕਾਂ ਦੇ ਵਿੱਚ ਜਦੋਂ ਜ਼ਾਲਮ ਹਕੂਮਤ ਨੇ ਜ਼ੁਲਮ ਢਾਇਆ, ਸਣੇ ਬੱਚਿਆਂ ਦੇ, ਸਣੇ ਪਰਿਵਾਰਾਂ ਦੇ ਸਾਰੀਆਂ ਬੀਬੀਆਂ ਨੂੰ ਉੱਥੇ ਫੜ ਲਿਆ, ਤਾਂ ਆਪਣੇ ਬੱਚੇ ਜਿਹੜੇ ਨੇ, ਬੱਚੇ ਦੇ ਨਾਲ ਮਾਈਆਂ ਬੀਬੀਆਂ ਜਾਣਦੀਆਂ ਵੀ ਕਿੰਨਾ ਕੁ ਮੋਹ ਹੁੰਦਾ ਹੈ ਮਾਈਆਂ ਦਾ। ਬੱਚੇ ਨੂੰ ਤਾਂ ਹਾਏ ਸੀ ਹੋਵੇ ਤਾਂ ਕੋਈ ਘਬਰਾਹਟ ਹੋਏ ਤਾਂ ਮਾਤਾ ਬਹੁਤ ਘਬਰਾ ਜਾਂਦੀ ਹੈ, ਬੱਚੇ ਨੂੰ ਬੁਖਾਰ ਚੜਿਆ ਨਹੀਂ ਦੇਖ ਸਕਦੀ, ਬੱਚੇ ਨੂੰ ਰੋਂਦਾ ਨਹੀਂ ਦੇਖ ਸਕਦੀ। ਪਰ ਤੁਹਾਨੂੰ ਮਾਈਆਂ ਨੇ ਐਸਾ ਮੋਹ ਦਾ ਤਿਆਗ ਕੀਤਾ, ਐਸਾ ਮੋਹ ਤਿਆਗਿਆ ਹੈ, ਜਿਨ੍ਹਾਂ ਦੇ ਬੱਚੇ ਦੁੱਧ ਚੁੰਗਦੇ ਬੱਚੇ ਹੱਥ ਦੇ ਨਾਲ ਖੋਹ ਕੇ ਤਾਂ ਨੂੰ ਜ਼ਾਲਮ ਉਛਾਲਦੇ ਨੇ, ਤਾਂ ਨੂੰ ਉਛਾਲ ਕੇ ਤੇ ਥੱਲੇ ਨੇਜਾ ਕਰ ਦਿੰਦੇ ਨੇ, ਤਾਂ ਨੇਜੇ ਦੇ ਵਿੱਚ ਪਰੋ ਦਿੰਦੇ ਨੇ। ਇਸ ਪ੍ਰਕਾਰ ਦਾ ਮੋਹ ਦਾ ਤਿਆਗ ਕੀਤਾ। ਗੱਲ ਸਿਰਫ ਇਤਨੀ ਹੈ ਵੀ ਤੁਸੀਂ ਸਿੱਖੀ ਛੱਡ ਦੇਵੋ, ਪਰ ਸਿੱਖੀ ਨਹੀਂ ਛੱਡੀ। ਐਸੀਆਂ ਜੁਝਾਰੂ ਬੀਬੀਆਂ, ਐਸੀ ਦ੍ਰਿੜ ਨਿਸ਼ਚੇ ਵਾਲੀਆਂ ਗੁਰਸਿੱਖ ਬੀਬੀਆਂ ਜਿਨ੍ਹਾਂ ਨੇ ਮੋਹ ਦਾ ਤਿਆਗ ਕੀਤਾ। ਇਹ ਜੀਵਨ ਮੁਕਤ ਅਵਸਥਾ ਹੈ ਉਹ ਬੀਬੀਆਂ ਦੀ। ਕੋਈ ਇਕੱਲਾ ਕੋਈ ਮਰਦੀ ਸੰਤ ਨਹੀਂ ਹੋ ਸਕਦਾ, ਬੀਬੀਆਂ ਵੀ ਗੁਰਮੁਖ ਸੰਤ ਹੋ ਸਕਦੀਆਂ ਨੇ, ਕਿਉਂਕਿ ਇਹ ਖਾਲਸਾ ਸੰਤ ਕਹੋ, ਖਾਲਸਾ ਕਹੋ, ਗੁਰਮੁਖ ਕਹੋ, ਭਗਤ ਕਹੋ। ਐਸੀਆਂ ਬੀਬੀਆਂ ਨੇ ਜਿਨ੍ਹਾਂ ਨੇ ਜੀਵਨ ਮੁਕਤ ਦੀ ਅਵਸਥਾ ਆਪ ਵਿਖਾਈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੀ ਬਖਸ਼ਿਸ਼ ਕੀਤੀ ਹੈ ਵੀ ਜਿਨ੍ਹਾਂ ਨੂੰ ਮੋਹ ਨਹੀਂ ਛੋ ਸਕਦਾ। ਫਿਰ ਹੈ ਅਭਿਮਾਨ, ਅਭਿਮਾਨ ਭਾਵ ਹੰਕਾਰ, ਹੰਕਾਰ ਨਹੀਂ ਉਹਨਾਂ ਨੂੰ ਛੋ ਸਕਦਾ। ਦੁੱਖ ਸੁੱਖ ਤੋਂ ਉੱਚੀ ਅਵਸਥਾ ਹੈ ਉਹਨਾਂ ਦੀ, ਲੋਭ ਨਹੀਂ ਉਹਨਾਂ ਗੁਰਮੁਖਾਂ ਨੂੰ ਛੋ ਸਕਦਾ, ਸਤਿਗੁਰੂ ਜੀ ਨੂੰ ਨਹੀਂ ਛੋ ਸਕਦਾ, ਮੋਹ ਨਹੀਂ ਛੋ ਸਕਦਾ। ਬੀਬੀਆਂ ਨੇ ਗਲਾਂ ਦੇ ਵਿੱਚ ਹਾਰ ਪਵਾਏ, ਤਾਂ ਲੱਤਾਂ ਬਾਹਾਂ ਵੱਢ ਕੇ ਆਗੇ 'ਚ ਪਰੋ ਕੇ ਗਲ 'ਚ ਹਾਰ ਬਣਾ ਕੇ ਪਵਾ ਲਏ, ਪਰ ਸਿੱਖੀ ਨਹੀਂ ਛੱਡੀ। ਐਸਾ ਮੋਹ ਦਾ ਤਿਆਗ ਕੀਤਾ। ਐਸੀ ਜੀਵਨ ਮੁਕਤ ਅਵਸਥਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਉਸ ਉੱਚੀ ਅਵਸਥਾ ਦਾ ਮਹਾਰਾਜ ਬਿਆਨ ਕਰਦੇ ਨੇ। ਅਭਿਮਾਨ ਹੰਕਾਰ, ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਗੁਰੂ ਪੰਜਵੇਂ ਪਾਤਸ਼ਾਹ ਨੇ ਕਿਹਾ, ਬਾਬਾ ਜੀ ਆਪ ਜੀ ਸਤਿਗੁਰੂ ਛੇਵੇਂ ਪਾਤਸ਼ਾਹ ਜਦੋਂ ਬਾਲਕ ਰੂਪ 'ਚ ਨੇ, ਹਰਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਵਿੱਦਿਆ ਪੜ੍ਹਾ ਦੇਵੋ। ਤਾਂ ਸਤਿਗੁਰੂ ਜੀ ਕਹਿਣ ਲੱਗੇ, ਮਹਾਰਾਜ ਇਹ ਆਪ ਜੀ ਦੀ ਬਖਸ਼ਿਸ਼ ਹੈ, ਮੇਰੇ ਵਰਗੇ ਨੂੰ ਘਾਹ ਕੋਤਰਨ ਵਾਲੇ ਨੂੰ, ਘਾਹ ਵੱਢਣ ਵਾਲੇ ਨੂੰ ਆਪ ਜੀ ਵਿੱਦਿਆ ਪੜ੍ਹਨ ਦਾ ਹੁਕਮ ਲਾ ਰਹੇ ਹੋ। ਇਉਂ ਦਾਸਨ ਦਾਸ ਹੀ ਸਦਾ ਬਣੇ ਰਹੇ, ਕਦੇ ਗੁਰੂ ਪਦਵੀ ਦੀ ਲਾਲਚ ਇੱਛਾ ਨਹੀਂ ਕੀਤੀ, ਕਦੇ ਨਹੀਂ ਆਪਣੇ ਆਪ ਨੂੰ ਜਣਾਇਆ। ਐਸਾ ਹੰਕਾਰ ਦਾ ਤਿਆਗ ਸਦਾ ਕਰਦੇ ਰਹੇ, ਦਾਸਨ ਦਾਸ ਬਣਦੇ ਰਹੇ। ਐਸੇ ਗੁਰਮੁਖਾਂ ਦੀ ਉੱਚੀ ਅਵਸਥਾ ਇਸ ਲੋਕਾਂ ਦੇ ਵਿੱਚ ਸਤਿਗੁਰੂ ਜੀ ਬਿਆਨ ਕਰਦੇ ਨੇ, ਜਿਹੜੇ ਗੁਰਮੁਖਾਂ ਨੂੰ, ਮਹਾਂਪੁਰਖਾਂ ਨੂੰ, ਗੁਰਸਿੱਖਾਂ ਨੂੰ ਇਹ ਸੋਹਦੇ ਨਹੀਂ। ਕਹੋ ਨਾਨਕ ਸੁਨ ਰੇ ਮਨਾ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਨੇ, ਹੇ ਮਨਾ ਸੁਣਨਾ ਕਰ। ਐਸੇ ਜੋ ਗੁਰਮੁਖ ਹਨ, ਸੋ ਮੂਰਤ ਭਗਵਾਨ। ਉਹ ਭਗਵਾਨ ਪਰਮੇਸ਼ਰ ਦੀ ਸਾਖਿਆਤ ਮੂਰਤੀ ਹਨ।
ਉਹਨਾਂ ਨੂੰ ਸਾਖਿਆਤ ਸਰੂਪ ਹੀ ਸਮਝਣਾ ਕਰ ਪਰਮੇਸ਼ਰ ਦਾ। ਪਰਮੇਸ਼ਰ ਕੋਈ ਹੋਰ ਨਹੀਂ। ਐਸੇ ਬ੍ਰਹਮ ਗਿਆਨੀ ਜਿਨ੍ਹਾਂ ਨੂੰ ਸੁੱਖ ਦੁੱਖ ਨਹੀਂ ਪੋ ਸਕਦਾ, ਜਿਨ੍ਹਾਂ ਨੇ ਲੋਭ ਦਾ, ਮੋਹ ਦਾ, ਹੰਕਾਰ ਦਾ, ਜਿਹੜੀਆਂ ਬੀਬੀਆਂ ਨੇ, ਜਿਹੜੇ ਗੁਰਸਿੱਖਾਂ ਨੇ ਤਿਆਗ ਕੀਤਾ, ਉਹਨਾਂ ਨੂੰ ਭਗਵਾਨ ਅਕਾਲ ਪੁਰਖ ਪਰਮੇਸ਼ਰ ਜੀ ਦੀ ਮੂਰਤੀ ਸਮਝਣਾ ਕਰੋ, ਸਰੂਪ ਸਮਝਣਾ ਕਰੋ। ਹੇ ਮਨਾ ਸੁਣਨਾ ਕਰ। ਉਸਤ ਤੇ ਨਿੰਦਿਆ ਨਾਹੀ ਜਿਹੇ। ਹੋਰ ਦੱਸਦੇ ਨੇ ਇਹ ਸਾਧ ਸੰਗਤ ਜੀ, ਇਹ ਸਾਰੇ ਗੁਣ ਗਿਣ ਲਈਏ ਤਾਂ ਜਿਵੇਂ ਆਪਾਂ ਨੂੰ ਕੋਈ ਭਰਮਾ ਨਹੀਂ ਸਕਦਾ। ਸੰਤ ਮਹਾਂਪੁਰਖ ਗੁਰਮੁਖ ਗੁਰਸਿੱਖ ਹੁੰਦੇ ਜ਼ਰੂਰ ਨੇ ਭਗਤ ਜਨ, ਜੋ ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਤੇ ਦ੍ਰਿਸ਼ਟੀ ਪਾ ਦਿੰਦੇ ਨੇ। ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ, ਸਤਿਗੁਰਾਂ ਦਾ ਐਸਾ ਬਚਨ ਹੈ ਗੁਰਬਾਣੀ ਦੇ ਵਿੱਚ ਵੀ, ਜਿਹਨੂੰ ਅੰਮ੍ਰਿਤ ਦੀ ਦ੍ਰਿਸ਼ਟੀ ਦੇ ਨਾਲ, ਅੰਮ੍ਰਿਤ ਭਰੀ ਦ੍ਰਿਸ਼ਟੀ ਦੇ ਨਾਲ, ਕਿਰਪਾ ਦ੍ਰਿਸ਼ਟੀ ਨਾਲ ਤੱਕ ਵੀ ਲੈਣ ਨਾ, ਉਹਨੂੰ ਸੱਚੇ ਪਾਤਸ਼ਾਹ ਜੀ ਸੰਤ ਬਣਾ ਦਿੰਦੇ ਨੇ। ਐਸੇ ਸਮਰੱਥ ਹਨ। ਤਾਂ ਜਿਨ੍ਹਾਂ ਨੂੰ ਸਤਿਗੁਰਾਂ ਨੇ ਸੰਤ ਪਦਵੀ ਗੁਰਮੁਖਤਾਈ ਬਖਸ਼ਿਸ਼ ਕੀਤੀ ਹੈ, ਉਹਨਾਂ ਗੁਰਮੁਖਾਂ ਦੀ ਉੱਚੀ ਅਵਸਥਾ ਹੈ। ਉਹਨਾਂ ਦੇ ਗੁਣ, ਜੀਵਨ ਮੁਕਤ ਦੇ ਗੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ। ਸੁੱਖ ਦੁੱਖ ਨਹੀਂ ਉਹਨਾਂ ਨੂੰ ਛੂੰਹਦਾ। ਲੋਭ ਮੋਹ ਅਭਿਮਾਨ ਆਦਿਕ ਵਿਕਾਰ ਜਿੰਨੇ ਨੇ, ਹੰਕਾਰ, ਇਹ ਨਹੀਂ ਉਹਨਾਂ ਨੂੰ ਛੂੰਹਦਾ। ਹੁਣ ਦੱਸਦੇ ਨੇ ਉਹਨਾਂ ਦੀ ਅਵਸਥਾ ਬਾਰੇ। ਉਸਤ ਤੇ ਨਿੰਦਿਆ ਨਾਹੀ ਜਿਹੇ। ਜਿਨ੍ਹਾਂ ਗੁਰਮੁਖਾਂ ਦੇ ਅੰਦਰ ਨਹੀਂ ਹੈ ਆਪਣੀ ਉਸਤਤ ਕਰਾਉਣ ਦੀ ਇੱਛਾ, ਆਪਣੀ ਵਡਿਆਈ ਦੀ ਇੱਛਾ ਨਹੀਂ ਹੈ ਵੀ ਮੈਨੂੰ ਸਾਰੇ ਸਲਾਉਣ, ਤੇ ਜਾਂ ਦੂਸਰੇ ਦੀ ਉਸਤਤ ਝੂਠੀ ਕਰਨੀ, ਖੁਸ਼ਾਮਦ ਕਰਨੀ, ਇਹ ਵੀ ਅੰਦਰ ਨਹੀਂ ਹੈ। ਇਸ ਪ੍ਰਕਾਰ ਨਿੰਦਾ ਦਾ ਕੋਈ ਡਰ ਵੀ ਨਹੀਂ ਹੈ ਵੀ ਮੇਰੀ ਨਿੰਦਾ ਹੋਈ ਜਾਵੇ ਤਾਂ ਮੈਂ ਕੀ ਕਰੂੰਗਾ। ਤਾਂ ਇਸ ਤਰੀਕੇ ਦੇ ਨਾਲ ਕਿਸੇ ਦੀ ਨਿੰਦਿਆ ਕਰਦੇ ਵੀ ਨਹੀਂ। ਐਸੇ ਜਿਨ੍ਹਾਂ ਨੂੰ ਉਸਤਤ ਤੇ ਨਿੰਦਿਆ ਤੋਂ ਪਰੇ ਹਨ, ਜਿਨ੍ਹਾਂ ਦੇ ਵਿੱਚ ਨਹੀਂ ਹੈ ਨਾ ਹੀ ਉਸਤਤ ਆਪਣੀ ਕਰਾਉਣ ਦੀ ਇੱਛਾ, ਆਪਣੀ ਵਡਿਆਈ ਦੀ, ਆਪਣੇ ਨੂੰ ਆਪ ਨੂੰ ਮੱਥੇ ਟਿਕਾਉਣ ਦੀ, ਆਪਣਾ ਜਸ ਕਰਵਾਉਣ ਦੀ, ਤੇ ਨਾ ਹੀ ਆਪਣੀ ਨਿੰਦਿਆ ਦਾ ਡਰ ਹੈ। ਕਿਸੇ ਦੀ ਨਿੰਦਿਆ ਤਾਂ ਕਰਦੇ ਹੀ ਨਹੀਂ ਹਨ। ਕੰਚਨ ਲੋਹ ਸਮਾਨੇ। ਕੰਚਨ ਸੋਨਾ ਤੇ ਲੋਹਾ ਇੱਕ ਸਮਾਨ ਹੀ ਸਮਝਦੇ ਨੇ। ਐਸੇ ਗੁਰਮੁਖ ਜੋ ਹਨ, ਜਿਨ੍ਹਾਂ ਦੀ ਉੱਚੀ ਅਵਸਥਾ ਇਤਨੀ ਹੈ ਵੀ ਸੋਨੇ ਤੇ ਲੋਹੇ 'ਚ ਸਮ ਦ੍ਰਿਸ਼ਟੀ ਹੈ। ਇਉਂ ਸੋਨੇ ਵਰਗੂ ਚਾਹੇ ਕੋਈ ਨਵਾਂ ਜਗਿਆਸੂ ਆ ਜਾਵੇ, ਤਾਂ ਜਿਹੜਾ ਲੋਹੇ ਵਾਂਗੂ ਚਾਹੇ ਕੋਈ ਨਵਾਂ ਜਗਿਆਸੂ ਹੋਵੇ, ਹਜੇ ਚੱਲਣਾ ਹੀ ਗੁਰਸਿੱਖੀ ਦੇ ਰਸਤੇ ਸ਼ੁਰੂ ਕੀਤਾ ਹੋਵੇ, ਉਹਨੂੰ ਵੀ ਸਮ ਦੇਖਦੇ ਨੇ। ਤੇ ਕੰਚਨ ਵਾਂਗ ਜਿਹੜਾ ਕੋਈ ਗੁਰਮੁਖ ਹੋਵੇ, ਜਿਹਨੇ ਕਮਾਈ ਕੀਤੀ ਹੋਵੇ, ਜੀਵਨ ਸਵਾਰਿਆ ਹੋਵੇ, ਉਹਨੂੰ ਵੀ ਭੇਦ ਨਹੀਂ ਜਾਣਦੇ। ਛੋਟੇ ਨੂੰ ਉਹਦੇ ਨਾਲ ਈਰਖਾ ਨਫ਼ਰਤ ਨਹੀਂ ਕਰਦੇ ਵੀ ਇਹ ਛੋਟਾ ਹੈ, ਹਜੇ ਉਹਦੇ ਤੇ ਵੀ ਪੂਰਨ ਤਰਸ ਕਰਕੇ ਉਹਨੂੰ ਸਤਿਗੁਰਾਂ ਦੇ ਚਰਨਾਂ ਦਾ ਉਪਦੇਸ਼ ਦੇ ਕੇ ਸਤਿਗੁਰਾਂ ਨਾਲ ਜੋੜ ਦਿੰਦੇ ਨੇ। ਐਸੇ ਗੁਰਮੁਖ ਹਨ। ਤੇ ਪ੍ਰਤੱਖ ਜਿਹੜਾ ਸੋਨਾ ਤੇ ਲੋਹਾ ਹੈ, ਸੋਨੇ ਨੂੰ ਵੇਖ ਕੇ ਲਾਲਚ ਨਹੀਂ ਕਰਦੇ ਵੀ ਇਹ ਚੱਕ ਲਈਏ, ਤੇ ਲੋਹਾ ਜਿਹੜਾ ਹੈ ਉਹਦੇ 'ਚ ਇੱਕ ਸਮਾਨ ਹੀ ਜਾਣਦੇ। ਜੈਸਾ ਲੋਹਾ ਵੈਸਾ ਹੀ ਉਹਨਾਂ ਨੂੰ ਸੋਨਾ ਹੈ। ਕਿਸੇ ਪ੍ਰਕਾਰ ਲਾਲਚ ਨਹੀਂ ਕਰਦੇ ਪਰਾਇਆ ਧਨ ਹੜਪਣ ਦਾ। ਇਉਂ ਐਸੀ ਉੱਚੀ ਅਵਸਥਾ ਹੈ ਗੁਰਮੁਖਾਂ ਦੀ। ਕਹੋ ਨਾਨਕ ਸੋਨੇ ਰੇ ਮਨ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਹੇ ਮਨਾ ਸੁਣਨਾ ਕਰ। ਜਿਨ੍ਹਾਂ ਦੀ ਅਵਸਥਾ ਬਾਰੇ, ਜਿਹੜੇ ਜੀਵਨ ਮੁਕਤ ਪੁਰਖ ਹਨ, ਜਿਨ੍ਹਾਂ ਨੇ ਉਸਤਤੀ ਆਪਣੀ ਇੱਛਾ ਤਿਆਗੀ ਹੈ ਉਸਤਤੀ ਕਰਾਉਣ ਦੀ, ਤੇ ਦੂਸਰਿਆਂ ਦੀ ਨਿੰਦਿਆ ਨਹੀਂ ਕਰਦੇ, ਆਪਣੀ ਨਿੰਦਿਆ ਦਾ ਡਰ ਵੀ ਨਹੀਂ ਮੰਨਦੇ, ਤੇ ਲੋਹਾ ਤੇ ਕੰਚਨ ਇੱਕ ਸਮਾਨ ਜਾਣਦੇ ਨੇ, ਪਰਾਇਆ ਧਨ ਤਿਆਗ ਦਿੱਤਾ ਹੈ। ਐਸੀ ਉੱਚੀ ਅਵਸਥਾ ਵਾਲੇ ਜੋ ਗੁਰਮੁਖ ਹਨ। ਮੁਕਤੇ ਤਾਹੇ ਤੈ ਜਾਣੇ। ਉਹਨਾਂ ਨੂੰ ਜੀਵਨ ਮੁਕਤ ਜਾਣਨਾ ਕਰ। ਮੁਕਤ ਭਾਵ ਛੁੱਟੇ ਵੇ, ਉਹਨਾਂ ਨੂੰ ਸਾਰੇ ਬੰਧਨਾਂ ਤੋਂ ਛੁੱਟੇ ਜਾਣਨਾ ਕਰ। ਹੇ ਮਨਾ, ਇਹ ਗੱਲ ਤੂੰ ਮਨ ਦੇ ਵਿੱਚ ਵਿਚਾਰ ਲਾ ਵੀ ਜੀਵਨ ਮੁਕਤ ਜਿਉਂਦੇ ਜੀ ਉਹ ਮੁਕਤ ਹਨ। ਕਿਉਂ ਜੀਵਨ ਮੁਕਤੀ ਦੀ ਅਵਸਥਾ ਜਿਹੜੀ ਹੈ ਸਤਿਗੁਰਾਂ ਨੇ ਦੱਸੀ ਹੈ। ਤਾਂ ਜਿਵੇਂ ਇੱਕ ਗੁਰਮੁਖ ਭਗਤ ਜਨ ਤੇ ਉਹਨਾਂ ਦੀ ਨਾਲ ਘਰ ਵਾਲੀ ਭਗਤਨੀ, ਦੋਵੇਂ ਜਾਣੇ ਰਲ ਕੇ ਭਗਤੀ ਕਰਿਆ ਕਰਨ। ਭਗਤੀ ਕਰਦੇ ਕਰਦੇ ਸਤਿਗੁਰਾਂ ਦੇ ਨਾਲ, ਪਰਮੇਸ਼ਰ ਅਕਾਲ ਪੁਰਖ ਦੇ ਨਾਲ ਸੁਰਤ ਜੁੜਦੀ ਗਈ ਤਾਂ ਮਨ ਬੜਾ ਪਵਿੱਤਰ ਹੋ ਗਿਆ। ਇੱਕ ਦਿਨ ਰਸਤੇ 'ਚ ਤੁਲੇ ਜਾਂਦੇ ਨੇ। ਇਉਂ ਕੰਚਨ ਲੋਹਾ ਸਮਾਨ ਹੈ ਨਾ ਉਹਨਾਂ ਨੂੰ, ਗੁਰਮੁਖਾਂ ਨੂੰ। ਰਸਤੇ ਦੇ ਵਿੱਚ ਕੀ ਦੇਖਿਆ? ਭਗਤ ਨੇ ਦੇਖਿਆ ਵੀ ਰਸਤੇ 'ਚ ਕੋਈ ਹਾਰ ਡਿੱਗਿਆ ਪਿਆ ਹੈ, ਤੇ ਮਨ ਦੇ ਵਿੱਚ ਵਿਚਾਰਿਆ ਵੀ ਮੇਰੀ ਘਰ ਵਾਲੀ ਆਉਂਦੀ ਹੈ ਪਿੱਛੇ, ਭਗਤੀ ਤਾਂ ਉਹ ਵੀ ਕਰਦੀ ਸੀ ਬਹੁਤ। ਇਹਨੇ ਸ਼ੰਕਾ ਕੀਤਾ ਵੀ ਕਿਤੇ ਇਹ ਲਾਲਚ 'ਚ ਆ ਕੇ ਹਾਰ ਚੱਕ ਨਾ ਲਵੇ, ਇਹ ਮੇਰਾ ਧਨ ਨਹੀਂ, ਇਹ ਪਰਾਇਆ ਧਨ ਹੈ, ਇਹ ਆਪਣਾ ਧਨ ਨਹੀਂ। ਤਾਂ ਕੀ ਕਰਾਂਗੇ? ਇਹ ਸਾਰੀ ਜਿਹੜੀ ਕਮਾਈ ਕੀਤੀ ਹੈ ਇਹ ਨਾਸ ਹੋ ਜੂਗੀ, ਭਗਤੀ ਕੀਤੀ ਵੀ। ਤਾਂ ਮਨ 'ਚ ਵਿਚਾਰਦਾ ਹੈ ਤੇ ਛੇਤੀ ਨਾਲ ਜਿਹੜਾ ਹੈ ਨਾ ਉਹ ਹਾਰ ਤੇ ਜਾ ਕੇ ਮਿੱਟੀ ਪਾਉਣ ਲੱਗਿਆ
ਵੀ ਮੇਰੀ ਘਰ ਵਾਲੀ ਪਿੱਛੇ ਤੁਰੀ ਆਉਂਦੀ ਉਹਨੂੰ ਨਾ ਦਿਖ ਜਾਵੇ। ਤਾਂ ਜਦੋਂ ਹਾਰ ਦੀ ਮਿੱਟੀ ਪਾਉਂਦਾ ਉਹ ਵੀ ਗੁਰਮੁਖ ਭਗਤ ਨਹੀਂ, ਐਸੀ ਉੱਚੀ ਅਵਸਥਾ ਵਾਲੀ ਸਤਿਗੁਰਾਂ ਦੇ ਚਰਨਾਂ 'ਚ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਕਰ ਕਰਕੇ ਇੰਨੀ ਲੀਨ, ਜਿਹਨੂੰ ਕੰਚਨ ਲੋਹਾ ਇੱਕ ਸਮਾਨ। ਕਹਿਣ ਲੱਗੀ ਵੀ ਭਗਤ ਜੀ ਮਿੱਟੀ ਤੇ ਮਿੱਟੀ ਕੀ ਪਾਈ ਜਾਂਦੇ ਹੋ, ਇਹ ਤਾਂ ਪਹਿਲਾਂ ਹੀ ਮਿੱਟੀ ਹੈ। ਭਗਤ ਹੱਥ ਬੰਨ੍ਹ ਕੇ ਰੋਣ ਲੱਗਿਆ, ਕਹਿੰਦਾ ਮੈਨੂੰ ਤਾਂ ਹਜੇ ਹਾਰ ਪ੍ਰਤੀਤ ਹੁੰਦਾ ਹੈ। ਧੰਨ ਤੇਰੀ ਜਿਹੜੀ ਚਿੱਤ ਦੀ ਅਵਸਥਾ ਮਹਾਰਾਜ ਨੇ ਬਖਸ਼ਿਸ਼ ਕੀਤੀ, ਜਿਹੜਾ ਤੈਨੂੰ ਇਹ ਮਿੱਟੀ ਪ੍ਰਤੀਤ ਹੁੰਦੀ ਹੈ। ਇਉਂ ਗੁਰਮੁਖਾਂ ਦੀ ਅਵਸਥਾ ਹੈ ਜਿਹੜੇ ਆਪ ਭਗਤੀ ਕਰਦੇ ਨੇ। ਇਹ ਗ੍ਰਸਤ ਦੀ ਸ੍ਰੇਸ਼ਟ ਅਵਸਥਾ ਹੈ। ਗ੍ਰਸਤ ਐਸਾ ਹੋਵੇ, ਸਤਿਗੁਰੂ ਜੀ ਨੇ ਦੱਸਿਆ, ਗ੍ਰਸਤ ਜਿਹੜਾ ਹੈ ਉਹ ਵਿਕਾਰ ਭੋਗਣ ਲਈ ਗ੍ਰਸਤੀ ਨਾ ਹੋਵੇ, ਉਹ ਸੰਸਾਰੀ ਧੰਦੇ ਕਰਨ ਲਈ ਗ੍ਰਸਤੀ ਨਾ ਹੋਵੇ, ਰਲ ਮਿਲ ਕੇ ਜਿਹੜਾ ਭਜਨ ਕਰਨ ਲਈ ਗ੍ਰਸਤ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਜਿਹਦੇ ਵਿੱਚ ਇਉਂ ਭਗਤ ਜਿਵੇਂ ਖਿਆਲ ਕਰਦਾ ਨਾ ਵੀ ਮੇਰੀ ਘਰਵਾਲੀ ਦੀ ਅਵਸਥਾ ਕਿਤੇ ਗਿਰ ਨਾ ਜਾਵੇ, ਉਹ ਬਚਾਅ ਕਰਦਾ, ਇਉਂ ਜਿਹੜਾ ਯਤਨ ਕਰੇ। ਫਿਰ ਜਿਹੜੀ ਘਰਵਾਲੀ ਹੈ ਉਹਦੀ ਵੀ ਭਜਨ ਬੰਦਗੀ ਇਤਨੀ ਅਵਸਥਾ ਹੈ ਵੀ ਉਹ ਵੀ ਚਿੱਤ ਦੀ ਅਵਸਥਾ ਦੱਸਦੀ ਹੈ ਉਹਨੂੰ ਕਿ ਵੀ ਇਹ ਤੂੰ ਕੀ ਦੇਖੀ ਜਾਂਦਾ, ਉਹਦੇ ਤੋਂ ਉਹਨੂੰ ਪ੍ਰੇਰਨਾ ਮਿਲਦੀ ਹੈ, ਉਹ ਉਹਨੂੰ ਆਪਣੇ ਘਰਵਾਲੀ ਦਾ ਬਚਾਅ ਕਰਦਾ ਹੈ। ਅਸੀਂ ਗੁਰਮੁਖਾਂ ਦਾ ਗ੍ਰਸਤ ਹੈ। ਤਾਂ ਸਤਿਗੁਰੂ ਜੀ ਨੇ ਜੀਵਨ ਮੁਕਤ ਦੇ ਲੱਛਣ ਦੱਸੇ ਨੇ ਇਹਨਾਂ ਦੋਵਾਂ ਸ਼ਲੋਕਾਂ ਦੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਅੱਗੇ ਜਿਵੇਂ ਮਹਾਰਾਜ ਬਖਸ਼ਿਸ਼ ਕਰਨਗੇ, ਇਹ 15, 16, 17 ਤੇ 18 ਤੇ 19 ਸ਼ਲੋਕਾਂ ਤਾਈਂ 12 ਤੋਂ ਲੈ ਕੇ ਇਹ ਜਿਤਨੇ ਸ਼ਲੋਕ ਨੇ, ਸਾਰਿਆਂ ਦੇ ਵਿੱਚ ਜੀਵਨ ਮੁਕਤ ਜੋ ਅਵਸਥਾ ਹੈ, ਜੋ ਬ੍ਰਹਮ ਗਿਆਨੀ ਦੀ ਅਵਸਥਾ ਹੈ, ਜੋ ਗੁਰਮੁਖ ਦੀ ਅਵਸਥਾ ਹੈ, ਜੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਪਣੀ ਅਵਸਥਾ ਹੈ। ਸੁੱਖ ਦੁੱਖ ਇੱਕ ਜਾਣ ਕੇ ਤਿੱਖੇ ਕਿੱਲਾਂ ਵਿਚਕਾਰ ਬੈਠੇ ਨੇ। ਸਤਿਗੁਰਾਂ ਨੇ ਆਪ ਜੋ ਅਵਸਥਾ ਕਮਾ ਕੇ ਗੁਰਸਿੱਖਾਂ ਨੂੰ ਦਿਖਾਈ ਹੈ, ਉਹੀ ਗੁਰਬਾਣੀ ਦੇ ਵਿੱਚ ਉਪਦੇਸ਼ ਦਿੱਤਾ ਹੈ। ਇਹ ਜਿਤਨੇ ਗੁਣ ਨੇ ਇਹ ਸਾਰਿਆਂ ਨੂੰ ਕਾਪੀ ਤੇ ਲਿਖ ਲੈਣਾ ਚਾਹੀਦਾ ਹੈ। ਫਿਰ ਕਿਤੇ ਕੋਈ ਪਖੰਡੀ ਨਾ ਨਜ਼ਰ ਆਵੇ ਜਿਹੜਾ ਸਤਿਗੁਰਾਂ ਦੇ ਚਰਨਾਂ ਤੋੜ ਕੇ ਆਪਣੇ ਨਾਲ ਜੋੜਦਾ ਹੋਵੇ, ਤੇ ਜੇ ਤਾਂ ਉਹਦੇ 'ਚ ਇਹ ਗੁਣ ਹੋਣ ਤਾਂ ਸਮਝ ਲੈਣਾ ਵੀ ਗੁਰਮੁਖ ਹੈ। ਜੇ ਥੋੜੀ ਛੋਟੀ ਗੱਲ ਤੋਂ, ਉਸਤੀ ਤੋਂ ਘਬਰਾਈ, ਨਿੰਦਿਆ ਤੋਂ ਘਬਰਾਈ ਜਾਂਦਾ ਹੈ, ਕਲਪ ਕੇ ਅੱਗੋਂ ਜਵਾਬ ਦੇਈ ਜਾਂਦਾ, ਬੜਾ ਹੀ ਔਖਾ ਹੋਈ ਜਾਂਦਾ, ਤਾਂ ਸਮਝ ਲੈਣਾ ਵੀ ਸੰਤ ਨਹੀਂ। ਇਸ ਤੇ ਰਸਤੇ ਦਾ ਬੰਦ ਹੀ ਹੋ ਸਕਦਾ ਹੈ ਪਰ ਸੰਤ ਨਹੀਂ। ਕੋਈ ਪੂਰਨ ਗੁਰਮੁਖ ਸੰਤ ਲੱਭਣਾ ਕਰੋੜਾਂ 'ਚੋਂ ਕੋਈ ਕਰੋੜਾਂ 'ਚੋਂ ਇੱਕ ਹੁੰਦਾ ਹੈ, ਹਰ ਕੋਈ ਨਹੀਂ ਹੁੰਦਾ। ਅੱਗੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਨਗੇ ਜਿਹੜੇ ਪਰਮੇਸ਼ਰ ਦਾ ਹੀ ਰੂਪ ਹੋ ਜਾਂਦੇ ਨੇ, ਰਸਤੇ ਦੇ ਬੰਦ ਹੀ ਕਈ ਹੁੰਦੇ ਨੇ। ਤਾਂ ਇਸ ਪ੍ਰਕਾਰ ਜਿਨ੍ਹਾਂ ਦੀ ਅਵਸਥਾ ਹੈ ਉਸਤਤ ਨਿੰਦਿਆ ਤਿਆਗਦੇ ਨੇ, ਲੋਹਾ ਕੰਚਨ ਸੋਨਾ ਇੱਕ ਸਮਾਨ ਜਾਣਦੇ ਨੇ, ਸੁੱਖ ਦੁੱਖ ਤੋਂ ਪਰੇ ਰਹਿੰਦੇ ਨੇ, ਲੋਭ ਮੋਹ ਅਹੰਕਾਰ ਆਦਿਕ ਵਿਕਾਰ ਜਿਹੜੇ ਉਹਨਾਂ ਨੂੰ ਛੋਹ ਨਹੀਂ ਸਕਦੇ। ਇਹ ਜੀਵਨ ਮੁਕਤ ਪੁਰਖਾਂ ਦੀ ਅਵਸਥਾ ਹੈ। ਅੱਗੇ ਵੀ ਜਿਵੇਂ ਦੱਸਣਗੇ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਤਿਗੁਰੂ ਗਰੀਬ ਨਵਾਜ ਜੀ ਮਹਾਰਾਜ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਅੱਗੇ ਤੋਂ ਸਿਰ ਤੇ ਹੱਥ ਰੱਖ ਕੇ ਆਪ ਸੇਵਾ ਕਰਾਉਣ। ਅਖੀਰਲੀਆਂ ਤੁਕਾਂ ਪੜ੍ਹ ਕੇ ਸਮਾਪਤੀ ਕਰੀਏ ਜੀ। ਉਸਤ ਤੇ ਨਿੰਦਿਆ ਨਾਹਿ ਜਿਹੇ ਕੰਚਨ ਲੋਹ ਸਮਾਨ, ਕਹੋ ਨਾਨਕ ਸੁਨੇ ਰੇ ਮਨਾ, ਮੁਕਤ ਤਾਹਿ ਤੈ ਜਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਕੁਝ ਜ਼ਰੂਰੀ ਬੇਨਤੀਆਂ ਹਨ। ਜਿਵੇਂ ਕਿ ਗੁਰਮੁਖੀ ਕਲਾਸਾਂ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਗੁਰਮਤਿ ਦੀ ਜੋ ਵਿਦਿਆ ਹੈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁੱਧ ਉਚਾਰਨ ਸਿੱਖਣਾ ਤੇ ਗੁਰੂ ਇਤਿਹਾਸ ਦੇ ਜਾਣੂ ਹੋਣਾ, ਆਪਣੇ ਪੀੜ੍ਹੀ ਦਰ ਪੀੜ੍ਹੀ ਜੋ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਆਪਣੇ ਸਿੱਖਾਂ ਨੂੰ ਪੜ੍ਹਾਏ ਤੇ ਅੱਗੇ ਹੁਕਮ ਕੀਤਾ ਸਿੱਖਾਂ ਨੂੰ ਵੀ ਹੁਣ ਆਪੋ ਵਿੱਚ ਹੀ ਜਿਹੜੀ ਵਿਦਿਆ ਹੈ ਤੁਸੀਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਅੱਗੇ ਤਾਈਂ ਦਿੰਦੇ ਰਹਿਣਾ।
ਇਹ ਜਿਹੜੀ ਸੱਚੇ ਪਾਤਸ਼ਾਹ ਜੀ ਦੀ ਸ੍ਰੇਸ਼ਟ ਵਿਦਿਆ ਹੈ, ਗੁਰਮਤ ਦੀ ਬ੍ਰਹਮ ਵਿਦਿਆ, ਇਹ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ 1:30 ਵਜੇ ਤੋਂ ਲੈ ਕੇ 3:30 ਵਜੇ ਤਾਈਂ ਰੋਜ਼ ਜੋ ਨਵਾਂ ਹਾਲ ਤਿਆਰ ਹੋਇਆ ਹੈ, ਜਿਹਨੂੰ ਗਰਾਜ ਵੀ ਕਹਿੰਦੇ ਨੇ, ਉੱਥੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਛੋਟੇ ਬੱਚਿਆਂ ਨੂੰ ਗੁਰਮੁਖੀ 4 ਸਾਲ ਤੋਂ ਲੈ ਕੇ ਵੱਡੇ ਬੱਚੇ ਨੇ ਜਿਹੜੇ ਉਹ ਹਾਜ਼ਰੀ ਭਰ ਸਕਦੇ ਹੈ। ਤੇ ਛੋਟੇ ਬੱਚੇ ਨੇ ਜਿਹੜੇ ਉਹਨਾਂ ਦੇ 4 ਸਾਲ ਤੋਂ ਜੇ 6 ਸਾਲ ਤਾਈਂ ਹੋਣ ਤਾਂ ਉਹਨਾਂ ਦੇ ਮਾਪੇ ਜ਼ਰੂਰ ਨਾਲ ਹੋਣ, ਤਾਂ ਕਿ ਪਹਿਲਾਂ ਉਹ ਗੁਰਮੁਖੀ ਸਾਰੇ ਬੱਚੇ ਸਿੱਖਣ। ਗੁਰਮੁਖੀ ਸਿੱਖ ਕੇ ਫਿਰ ਹੌਲੀ ਹੌਲੀ ਜਿਵੇਂ ਗੁਰਮੁਖੀ ਸਿੱਖਣ, ਫਿਰ ਮੁਹਾਰਨੀ ਸਿੱਖਣ, ਬਾਲ ਉਪਦੇਸ਼ ਪੜ੍ਹ ਕੇ ਫਿਰ ਸਤਿਗੁਰਾਂ ਦੀ ਜੋ ਗੁਰਬਾਣੀ ਅੰਮ੍ਰਿਤਮਈ ਗੁਰਬਾਣੀ ਹੈ ਉਹ ਹੌਲੀ ਹੌਲੀ ਪੜ੍ਹਨੀ ਸਿੱਖਣ। ਇਹ ਆਪ ਜੀ ਨੇ ਸਾਰਿਆਂ ਨੇ ਆਪਣੇ ਆਪਣੇ ਬੱਚਿਆਂ ਨੂੰ ਇਹਨਾਂ ਗੁਰਮਤਿ ਕਲਾਸਾਂ ਦੇ ਵਿੱਚ ਜ਼ਰੂਰ ਭੇਜਣਾ, ਨਾਲ ਜਿਹੜਾ ਦੂਸਰਿਆਂ ਨੂੰ ਵੀ ਪ੍ਰੇਰਨਾ ਦੇਣੀ, ਕਿਉਂਕਿ ਜਿਹੜੀ ਨਵੀਂ ਪੰਜੀਰੀ ਹੈ ਜੇ ਇਹਨੂੰ ਸਾਂਭੀਏ ਤਾਂ ਫੇਰ ਹੀ ਖਾਲਸੇ ਪੰਥ ਦੀ ਚੜ੍ਹਦੀ ਕਲਾ ਹੈ। ਨਹੀਂ ਤਾਂ ਇੱਕ ਵਿਦਵਾਨ ਦਾ ਇਸ ਤਰ੍ਹਾਂ ਖਿਆਲ ਸੀ ਕਿ ਜਿਵੇਂ ਆਪਣੇ ਹਾਲਾਤ ਨੇ, ਜਿਵੇਂ ਗੁਰਸਿੱਖੀ ਆਪਾਂ ਛੱਡੀ ਜਾਂਦੇ ਹਾਂ, ਸਤਿਗੁਰਾਂ ਦੀ ਰਹਿਤ ਛੱਡੀ ਜਾਂਦੇ ਹਾਂ, ਆਪਣੇ ਬੱਚਿਆਂ ਨੂੰ ਗੁਰਮਤਿ ਵਿਦਿਆ ਪੜ੍ਹਾਉਣੀ ਜ਼ਰੂਰੀ ਨਹੀਂ ਸਮਝਦੇ, ਕੀਰਤਨ ਸਿਖਾਉਣਾ, ਗੁਰਮੁਖੀ ਸਿਖਾਉਣੀ, ਗੁਰਬਾਣੀ ਪੜ੍ਹਨੀ ਸਿਖਾਉਣੀ, ਇਹ ਸਾਰੀ ਗੁਰਮਤਿ ਵਿਦਿਆ ਬ੍ਰਹਮ ਵਿਦਿਆ ਹੈ, ਇਹ ਆਪਾਂ ਜ਼ਰੂਰੀ ਨਹੀਂ ਸਮਝਦੇ। ਤਾਂ ਇਹ ਤਾਂ ਆਪਾਂ ਇਉਂ ਹੀ ਸਮਝਿਆ ਵੀ ਸ਼ਾਇਦ ਇੱਕ ਖਾਸ ਸ਼੍ਰੇਣੀ ਹੈ ਜਿਨ੍ਹਾਂ ਨੇ ਕੀਰਤਨੀਏ ਬਣਨਾ ਹੈ, ਜਾਂ ਜਿਨ੍ਹਾਂ ਨੇ ਪ੍ਰਚਾਰਕ ਬਣਨਾ ਹੈ, ਜਾਂ ਗੁਰਦੁਆਰੇ ਸਾਹਿਬ ਦੇ ਗ੍ਰੰਥੀ ਬਣਨਾ ਹੈ, ਜਾਂ ਗੁਰਦੁਆਰੇ ਸੇਵਾ ਕਰਨੀ ਹੈ, ਇਹ ਕੰਮ ਉਹਨਾਂ ਵਾਸਤੇ ਹੈ। ਪਰ ਸਾਧ ਸੰਗਤ ਜੀ, ਇਹ ਕੰਮ ਉਹਨਾਂ ਵਾਸਤੇ ਕੇਵਲ ਨਹੀਂ, ਉਹ ਤਾਂ ਸੇਵਾ ਕਰਦੇ ਆ, ਜਨਮ ਮਰਨ ਦਾ ਲਾਹਾ, ਜਨਮ ਮਰਨ ਕਟਾਉਣਗੇ, ਜੀਵਨ ਦਾ ਲਾਹਾ ਲੈਂਦੇ ਆ ਸਤਿਗੁਰਾਂ ਦੀ ਸੇਵਾ ਕਰਕੇ, ਪਰ ਇਹ ਆਪਣੇ ਸਾਰਿਆਂ ਵਾਸਤੇ ਹੈ। ਜਿਹੜੀ ਬ੍ਰਹਮ ਵਿਦਿਆ ਪੜਾਂਗੇ ਇਹਦੇ ਨਾਲ ਹੀ ਗ੍ਰਸਤ ਜੀਵਨ ਜਿਹੜਾ ਉਹ ਸਫਲ ਹੈ, ਇਹਦੇ ਤੋਂ ਬਿਨਾਂ ਜੀਵਨ ਅਧੂਰਾ ਹੈ। ਬਾਰ-ਬਾਰ ਸਤਿਗੁਰੂ ਸ਼ਲੋਕਾਂ ਦੇ ਵਿੱਚ ਇਹੀ ਉਪਦੇਸ਼ ਆਪਾਂ ਨੂੰ ਦੇ ਰਹੇ ਹੈ। ਜਿਵੇਂ ਉਹ ਵਿਦਵਾਨ ਦਾ ਕਥਨ ਹੈ ਕਿ ਜਿਵੇਂ ਆਪਣੀ ਰੀਤੀ ਹੈ, ਜਿਵੇਂ ਆਪਾਂ ਬ੍ਰਹਮ ਵਿਦਿਆ ਛੱਡੀ ਜਾਂਦੇ ਹਾਂ ਜਾਂ ਆਪਾਂ ਪ੍ਰਵਾਸ ਕਰ ਰਹੇ ਹਾਂ, ਵਿਦੇਸ਼ਾਂ ਜਾ ਕੇ ਵਸੀ ਜਾਂਦੇ ਹਾਂ, ਤਾਂ ਫਿਰ ਵਿਦਿਆ ਨਹੀਂ ਪੜ੍ਹਦੇ, ਗੁਰਸਿੱਖੀ ਬਾਣਾ ਤਿਆਗ ਦਿੱਤਾ ਹੈ, ਤਾਂ ਕੋਈ ਸਮਾਂ ਸਤਿਗੁਰਾਂ ਦੀ ਕਿਰਪਾ ਹੈ, ਐਸਾ ਸਮਾਂ ਆਉਣਾ ਨਹੀਂ। ਪਰ ਵਿਦਵਾਨ ਦਾ ਖਿਆਲ ਹੈ ਵੀ ਕੋਈ ਸਮਾਂ ਇਹੋ ਜਿਹਾ ਨਾ ਆ ਜਾਵੇ ਵੀ ਸਿੱਖਾਂ ਨੂੰ ਆਪਾਂ ਫੋਟੋ 'ਚ ਦੇਖਿਆ ਕਰੀਏ ਵੀ ਇਹ ਸਿੱਖ ਹੁੰਦੇ ਸੀ ਅੱਜ ਤੋਂ 50 ਸਾਲਾਂ ਨੂੰ ਜਾਂ 100 ਸਾਲਾਂ ਨੂੰ, ਜਿਸ ਤਰੀਕੇ ਦੀ ਆਪਣੀ ਰੀਤੀ ਚੱਲ ਰਹੀ ਹੈ। ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਸਦਾ ਸਮਰੱਥ ਪਰਮੇਸ਼ਰ ਨੇ, ਸਦਾ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਆਪਣੇ ਪੰਥ ਦੇ ਸਦਾ ਹੀ ਸਹਾਈ ਦਾਤਾਰ ਨੇ। ਉਹ ਕਦੇ ਐਸੀ ਦਸ਼ਾ ਹੋਣ ਨਹੀਂ ਦਿੰਦੇ, ਪ੍ਰੇਰ ਦਿੰਦੇ ਨੇ ਗੁਰਸਿੱਖਾਂ ਨੂੰ। ਅਚਾਨਕ ਹੀ ਪਤਾ ਲੱਗਦਾ ਵੀ ਇਹਦੇ ਪਰਿਵਾਰ ਤੋਂ ਤਾਂ ਕੋਈ ਨਹੀਂ ਇਸ ਪਾਸੇ ਚੱਲਣ ਵਾਲਾ ਸੀ, ਇਹ ਕਿਵੇਂ ਗੁਰਸਿੱਖੀ ਦਾ ਧਾਰਨੀ ਹੋ ਗਿਆ, ਇਹਨੇ ਕਿਵੇਂ ਅੰਮ੍ਰਿਤ ਛਕ ਲਿਆ, ਇਹ ਕਿਵੇਂ ਬ੍ਰਹਮ ਵਿਦਿਆ ਪੜ੍ਹਨ ਲੱਗ ਗਿਆ, ਇਹ ਕਿਵੇਂ ਸਤਿਗੁਰਾਂ ਦਾ ਕੀਰਤਨ ਕਰਨ ਲੱਗ ਗਿਆ। ਤਾਂ ਇਹ ਅਚਾਨਕ ਹੀ ਮਹਾਰਾਜ ਕਲਾ ਵਰਤਾ ਦਿੰਦੇ ਨੇ, ਜਿਹਦੇ ਨਜ਼ਰ ਕਰ ਦਿੰਦੇ ਨੇ, ਉਹਨੂੰ ਸੱਤ ਬਣਾ ਦਿੰਦੇ ਨੇ, ਐਸੀ ਬਖਸ਼ਿਸ਼ ਕਰ ਦਿੰਦੇ ਨੇ ਸਤਿਗੁਰੂ ਜੀ। ਤਾਂ ਬੇਨਤੀ ਹੈ ਸਭ ਨੂੰ ਕਿ ਆਪ ਜੀ ਨੇ ਸਾਰਿਆਂ ਨੇ ਯਤਨ ਕਰਨਾ ਵੀ ਆਪਣਾ ਜੋ ਬੱਚੇ ਨੇ ਉਹਨਾਂ ਨੂੰ ਘਰੇ ਵੀ ਸਿਖਾਉਣਾ। ਘਰੇ ਵੀ ਅੱਜ ਕੱਲ੍ਹ ਤਾਂ ਬੜਾ ਹੀ ਸੌਖਾ ਸਾਧਨ ਹੈ ਵੀ ਸਾਰਾ ਕੁਝ YouTube ਤੇ ਆ ਗਿਆ ਹੈ। ਗੁਰਮੁਖ ਯਤਨ ਕਰਦੇ ਨੇ ਵੀ ਮੂਵੀਆਂ ਬਣ ਜਾਣ, ਫਿਲਮਾਂ ਬਣ ਜਾਣ ਇਤਿਹਾਸ ਦੀਆਂ, ਛੋਟੇ ਬੱਚਿਆਂ ਨੂੰ ਨਾਲ ਲੈ ਕੇ ਵੱਡੇ ਆਪ ਵੀ ਬੈਠਣ, ਦਿਨ 'ਚ 15 ਮਿੰਟ ਅੱਧਾ ਘੰਟਾ ਮਾਤਾਵਾਂ ਕੱਢਣ, ਪਿਤਾ ਕੱਢਣ, ਆਪਣੇ ਬੱਚੇ ਨੂੰ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਵਾਲੀ ਫਿਲਮ ਦਿਖਾਓ, ਕੋਈ ਮੂਵੀ ਦਿਖਾਓ, ਨਵੇਂ ਤੋਂ ਨਵੀਂ ਜਿਹੜੀ ਗੁਰਮੁਖ ਯਤਨ ਕਰਦੇ ਨੇ ਬਣਾਉਣ ਦੀਆਂ ਸਾਰੇ ਇਤਿਹਾਸ ਦੀਆਂ, ਪਰ ਬਹੁਤ ਸਾਰੀਆਂ ਬਣ ਚੁੱਕੀਆਂ ਨੇ। ਭਾਈ ਮਨੀ ਸਿੰਘ ਜੀ ਦੀ, ਭਾਈ ਤਾਰੂ ਸਿੰਘ ਜੀ ਦੀ, ਇਹ ਗੁਰਮੁਖ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ, ਚਾਰ ਸਾਹਿਬਜ਼ਾਦਿਆਂ ਦੀ। ਇਉਂ ਨਹੀਂ ਵੀ ਇੱਕ ਵਾਰੀ ਵਿਖਾਤੀ ਤਾਂ ਚਲੋ ਅਸੀਂ ਤਾਂ ਵੇਖ ਲਈ, ਉਹ ਵਾਰੀ ਵਿਖਾਓ ਉਹਨਾਂ ਨੂੰ, ਮਹੀਨੇ ਕੁ ਬਾਅਦ ਫਿਰ ਉਹੀ ਵਿਖਾਉਣ ਲੱਗ ਜਾਓ। ਇਉਂ ਕਰਦੇ ਕਰਦੇ ਗੁਰਮਤ ਜਿਹੜਾ ਸਿਧਾਂਤ ਹੈ ਨਾ ਉਹਨਾਂ ਦੇ ਹਿਰਦੇ 'ਚ ਵਸ ਜੂਗਾ। ਗੁਰਦੁਆਰਾ ਸਾਹਿਬ ਲੈ ਕੇ ਆਓ, ਛੋਟੇ ਬੱਚਿਆਂ ਨੂੰ ਆਪ ਵੀ ਨਾਲ ਆਵਾਂਗੇ ਨਾ, ਫਿਰ ਆਪਣਾ ਤਾਂ ਕਲਿਆਣ ਆਪੇ ਹੀ ਹੋਊਗਾ, ਨਾਲ ਬੈਠ ਕੇ ਦੇਖਾਂਗੇ। ਬੱਚੇ ਨੇ ਆਪਣੇ ਉਪਦੇਸ਼ ਦੇ ਨਾਲ ਨਹੀਂ ਲੱਗਣਾ ਵੀ ਬੱਚੇ ਤੂੰ ਆਹ ਕੰਮ ਕਰਿਆ ਕਰ। ਜਦੋਂ ਨਾਲ ਕਰਾਂਗੇ ਨਾ, ਉਹਦੇ ਅੱਗੇ ਬੋਲ ਕੇ ਉਹਦੇ ਨਾਲ ਬੈਠ ਕੇ ਪਾਠ ਕਰਾਂਗੇ, ਉਹਨੂੰ 10 ਗੁਰੂ ਸਾਹਿਬਾਂ ਦੇ ਨਾਮ ਜਪਾਵਾਂਗੇ, ਫਿਰ ਬੱਚਾ ਇਸ ਪਾਸੇ ਚੱਲੂਗਾ। ਇਉਂ ਸਾਧ ਸੰਗਤ ਜੀ ਆਪਣੀ ਜਿਹੜੀ ਪੰਜੀਰੀ ਹੈ, ਨਵੀਂ ਪੀੜ੍ਹੀ ਹੈ, ਉਹਨੂੰ ਸਾਂਭਣ ਦਾ ਹੁਣ ਵੇਲਾ ਹੈ। ਤਾਂ ਸਤਿਗੁਰਾਂ ਦੇ ਚਰਨੀ ਲੱਗੀਏ, ਇਹ ਯਤਨ ਕਰੀਏ, ਮੂਲ ਮੰਤਰ ਸਤਿਗੁਰਾਂ ਦਾ ਕੰਠ ਕਰੀਏ। ਜਿਨ੍ਹਾਂ ਨੂੰ ਨਹੀਂ ਕੰਠ, ਜਿਨ੍ਹਾਂ ਨੂੰ ਦਸੇ ਪਾਤਸ਼ਾਹ ਦੇ ਨਾਮ ਨਹੀਂ ਕੰਠ, ਉਹ ਦਸੇ ਪਾਤਸ਼ਾਹ ਦੇ ਨਾਮ ਯਾਦ ਕਰਨ। ਆਪਣੇ ਬੱਚਿਆਂ ਦੇ ਨਾਲ, ਆਪਣੇ ਪਰਿਵਾਰ ਦੇ ਸੰਬੰਧੀਆਂ ਨਾਲ ਇਹ ਵਾਰਤਾਲਾਪ ਹੋਵੇ, ਇਹ ਗੱਲਬਾਤ ਹੋਵੇ ਵੀ ਚੱਲ ਹੁਣ ਤੂੰ ਮੈਨੂੰ ਦਸੇ ਪਾਤਸ਼ਾਹ ਦੇ ਨਾਮ ਸੁਣਾ, ਚੱਲ ਹੁਣ ਤੂੰ ਭਾਈ ਮੈਨੂੰ 5 ਪਿਆਰਿਆਂ ਦੇ ਨਾਮ ਸੁਣਾ, ਤੂੰ ਮੈਨੂੰ 4 ਸਾਹਿਬਜ਼ਾਦਿਆਂ ਦੇ ਨਾਮ ਸੁਣਾ। ਇਉਂ ਇਸ ਤਰੀਕੇ ਦੀ ਗੱਲ ਹੋਵੇ ਤੇ ਫਿਰ ਪਰਿਵਾਰ ਜਿਹੜਾ ਗ੍ਰਸਤ ਜੀਵਨ ਹੈ ਉਹ ਸਫਲ ਹੈ।
ਨਹੀਂ ਤਾਂ ਆਵਣ ਆਏ ਸ੍ਰਿਸ਼ਟ ਮਹਿ ਬਿਨ ਬੂਝੇ ਪਸ ਢੋਰ ਵਾਲੀ ਗੱਲ ਹੈ ਵੀ ਆਏ ਬਸ ਸ੍ਰਿਸ਼ਟ ਜਿਹੜੇ ਆਏ ਉਹ ਜੇ ਚਲੀ ਗਏ, ਜੇ ਸਤਿਗੁਰਾਂ ਦਾ ਮਾਰਗ ਹੀ ਨਹੀਂ ਸੁਣਿਆ ਤਾਂ ਪਸ਼ੂਆਂ ਦੇ ਤਾਂ ਹੀ ਉੱਤੇ ਢੋਰਾਂ ਦੀ ਤਾਂ ਹੀ ਮੁਰਦੇ ਪਸ਼ੂ ਹੁੰਦੇ ਆ, ਜਿਵੇਂ ਉਹਨਾਂ ਦੀ ਵਰਗੀ ਦਸ਼ਾ ਆਪਣੀ ਹੋ ਜਾਂਦੀ ਹੈ। ਤਾਂ ਇਤਨੀਆਂ ਬੇਨਤੀਆਂ ਸਾਧ ਸੰਗਤ ਜੀ ਆਪ ਜੀ ਨੇ ਪ੍ਰਵਾਨ ਕਰਨੀਆਂ। ਹੁਣ ਜਿਵੇਂ ਅੱਗੇ ਦਾ ਪ੍ਰਬੰਧ ਹੈ ਉਹ ਗੁਰਮੁਖ ਜਨ ਆਪ ਜੀ ਨੂੰ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਤ ਗਿਆਨੀ ਭਾਈ ਪ੍ਰਤੀਕ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ